औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वलाकिबातुल मुत्तकीन अस्सलातु वस्सलामु अला रसूलिहिल करीम। दोस्तों अस्सलाम वालेकुम। डॉक्टर नसीर कल हाज़िर CNP न्यूज़ तो। दोस्तों एक दफ़ा का जिक्र है, एक बंदा ना सदर ट्रंप वर्गा बंदा सी। ਉਹ ਪੁਲ ਦੇ ਉੱਤੇ ਬੈਠਾ ਨਾ ਨਹਿਰ ਦੇ ਵਿੱਚ ਤਮਾਸ਼ਾ ਵੇਖਣ ਡਿਆ ਵੀ ਪਾਣੀ ਕਿੱਧਰੋਂ ਆ ਰਿਹਾ ਕਿੱਧਰ ਨੂੰ ਜਾ ਰਿਹਾ। ਉਹਨੇ ਵੇਖਿਆ ਵੀ ਇੱਕ ਕਾਲੇ ਰੰਗ ਦਾ ਨਾ ਕੰਬਲ ਜਾਣ ਡਿਆ ਰੁੜਦਾ। ਉਹਨੇ ਕਿਹਾ ਵੀ ਚਲੋ ਕੰਬਲ ਹੀ ਫੜ ਲੈਂਦੇ ਆ। ਉਹਨੇ ਮਾਰੀ ਛਾਲ ਤੇ ਵਿੱਚ ਨਹਿਰ ਦੇ ਜਿਸ ਵੇਲੇ ਕੰਬਲ ਨੂੰ ਮਾਰਿਆ ਜੱਫਾ, ਉਹ ਜਨਾਬ ਅੱਗੇ ਸੀ ਰਿੱਛ, ਕਾਲੇ ਰੰਗ ਦਾ ਰਿੱਛ ਸੀ। ਰਿੱਛ ਨੇ ਉਹਨੂੰ ਫੜ ਲਿਆ ਅੱਗੋਂ। ਉਹ ਹੁਣ ਚੌਧਰੀ ਨਵਾਜ਼ ਵਰਗਾ ਦੋਸਤ ਇੱਕ ਬਾਹਰ ਬੈਠਾ ਸੀ ਪੁਲ ਦੇ ਉੱਤੇ। ਉਹ ਕਹੇ ਯਾਰ ਵੀ ਆ ਇਹਨੂੰ, ਨਹੀਂ ਤੇਰੇ ਕੋਲ ਨਿਕਲਿਆ ਜਾਂਦਾ ਤੇ ਕੰਬਲ ਨੂੰ ਛੱਡ ਦੇ। ਉਹ ਕਹਿੰਦਾ ਮੈਂ ਤੇ ਕੰਬਲ ਨੂੰ ਛੱਡਣਾ, ਹੁਣ ਕੰਬਲ ਮੈਨੂੰ ਨਹੀਂ ਛੱਡਦਾ ਪਿਆ। ਟਰੰਪ ਸਾਹਿਬ ਨਾਲ ਬਿਲਕੁਲ ਇਸ ਤਰ੍ਹਾਂ ਹੀ ਹੋਇਆ। ਇਸਰਾਈਲੀ ਮਕਾਰ ਲੂੰਬੜੀ ਨੇ ਇਹਨੂੰ ਸਾਫ ਸਵਾ ਕੇ ਇਹਨੂੰ ਰਾਗਬ ਕਰ ਲਿਆ ਕਿ ਆ ਬਈ ਤੂੰ ਹਮਲਾ ਕਰ ਦੇ ਈਰਾਨ ਤੇ। ਹੁਣ ਹੋਇਆ ਕਿ ਹਮਲੇ 'ਚ ਵੜਦਾ ਗਿਆ, ਹੁਣ ਜਾਨ ਨਹੀਂ ਛੁੱਟਦੀ। ਜਾਨ ਇਸ ਤਰ੍ਹਾਂ ਨਹੀਂ ਛੁੱਟਦੀ ਕਿ ਇੱਕੋ ਹੀ ਕੰਮ ਰਹਿ ਗਿਆ ਉਹਦੇ ਕੋਲ, ਬੰਬਾਰੀ ਕਰੋ, ਲੋਕਾਂ ਨੂੰ ਵਿਚਾਰਿਆਂ ਨੂੰ ਸ਼ਹੀਦ ਕਰੋ, ਨੁਕਸਾਨ ਕਰੋ। ਤੇ ਕਹਿੰਦਾ ਮੈਂ ਪੁਲ ਬਰਬਾਦ ਕਰ ਦੇਣੇ ਆ, ਮੈਂ ਲਾਈਟਾਂ ਹਟਾ, ਗ੍ਰਿਡ ਸਟੇਸ਼ਨ ਖਰਾਬ ਕਰ ਦੇਣੇ, ਖਤਮ ਕਰ ਦੇਣੇ ਆ। ਹੱਦ ਹੋਈ ਆ ਇਹਨਾਂ ਦੀ ਬੇਵਕੂਫੀ ਦੀ ਵੀ। ਦੇਖੋ ਨਾ, ਜੰਗ ਕਰਨੀ ਹੁੰਦੀ ਆ ਬੰਦੇ ਨੂੰ ਕਿਸੇ ਮਕਸਦ ਵਾਸਤੇ, ਇਸ ਵਾਸਤੇ ਨਹੀਂ ਕਰਨੀ ਹੁੰਦੀ ਜੰਗ ਕਿ ਉਹਨੂੰ ਸਿਰਫ ਲੋਕਾਂ ਨੂੰ ਉੱਥੋਂ ਸ਼ਹੀਦ ਕਰਨਾ ਜਾਂ ਲੋਕਾਂ ਨੂੰ ਖਤਮ ਕਰਨਾ। ਲੇਕਿਨ ਇਹ ਯਹੂਦੀ ਜਾਂ ਅਮਰੀਕਾ, ਇਹਨਾਂ ਦਾ ਇੱਕੋ ਹੀ ਮੋਟਿਵ ਹੈ ਦੋਨਾਂ ਦਾ, ਇਸਰਾਈਲ ਦਾ, ਅਮਰੀਕਾ ਦਾ, ਕਿ ਸਾਨੂੰ ਜਗ੍ਹਾ ਚਾਹੀਦੀ ਹੈ, ਇਨਸਾਨ ਨਾ ਉੱਥੇ ਹੋਣ। ਤੁਸੀਂ ਦੇਖੋ ਨਾ, ਅਫਗਾਨਿਸਤਾਨ 'ਚ ਆ ਕੇ ਅਮਰੀਕਾ ਨੇ ਆਪਣੇ ਇਤਿਹਾਦੀਆਂ ਨੈਟੋ ਨੂੰ ਨਾਲ ਲੈ ਕੇ ਕੀ ਕੁਛ ਨਹੀਂ ਕੀਤਾ। 20 ਸਾਲ ਬਾਅਦ ਜੁੱਤੀ ਖਾ ਕੇ, ਛਿੱਤਰ ਖਾ ਕੇ, 100 ਗੰਢੇ ਖਾ ਕੇ ਫਿਰ ਇੱਥੋਂ ਨਿਕਲੇ। ਅੱਛਾ, ਵੀਅਤਨਾਮ 'ਚ ਇਹੀ ਹਸ਼ਰ ਹੋਇਆ ਸੀ। ਉਸ ਤੋਂ ਬਾਅਦ ਜੋ ਤੁਸੀਂ ਇਰਾਕ ਦੇ ਅੰਦਰ ਵੀ ਇਹਨਾਂ ਦਾ ਇਹੋ ਹੀ ਹਾਲ ਹੋਇਆ ਸੀ। ਔਰ ਅਮਰੀਕਾ ਦੇ ਅੰਦਰ ਇਸ ਹਕੂਮਤ ਦੇ ਖਿਲਾਫ ਜਿਹੜੀ ਹੈ, ਟਰੰਪ ਸਾਹਿਬ ਦੀ ਹਕੂਮਤ ਦੇ ਖਿਲਾਫ ਬੜੇ ਤਹਫਜ਼ਾਤ ਨੇ ਲੋਕਾਂ ਨੂੰ ਬਹੁਤ ਹੀ ਮਤਲਬ ਇੱਥੇ ਖਦਸ਼ਾਤ ਨੇ ਕਿ ਇਹ ਕਿਉਂ ਜੰਗ ਸ਼ੁਰੂ ਕੀਤੀ ਗਈ ਹੈ। ਬੇਮਕਸਦ ਜੰਗਾਂ ਨੇ ਜਿਹੜੀਆਂ ਅਮਰੀਕਾ ਲੜ ਰਿਹਾ, ਔਰ ਖੁਸੂਸਨ ਉਹ ਤੇ ਜੰਗ ਕਾਫੀ ਦੇਰ ਚੱਲਦੀ ਰਹੀ ਤੇ ਫਿਰ ਲੋਕ ਉਹਦੇ ਖਿਲਾਫ ਹੋਏ ਸਨ। ਇਹ ਤੇ ਸ਼ੁਰੂ ਤੋਂ ਹੀ ਇਹਦੇ ਖਿਲਾਫ ਹੋ ਗਏ ਨੇ। ਅਮਰੀਕਾ ਦੇ ਨਾਲ ਸਾਰੀ ਦੁਨੀਆ ਦੇ ਖਿਲਾਫ। ਕਿਸੇ ਵੀ ਪਿਛਲੀ ਜੰਗ ਦੇ ਵਿੱਚ ਅਮਰੀਕਾ ਦਾ ਸਾਥ ਨਹੀਂ ਸੀ ਛੱਡਿਆ ਯੂਰਪੀ ਯੂਨੀਅਨ ਨੇ ਔਰ ਨੈਟੋ ਨੇ। ਔਰ ਇਸ ਜੰਗ ਦੇ ਅੰਦਰ ਆ ਕੇ ਯੂਰਪੀ ਯੂਨੀਅਨ ਵੀ ਨਾਲ ਨਹੀਂ ਹੈ ਔਰ ਨੈਟੋ ਵੀ ਨਾਲ ਨਹੀਂ ਹੈ। ਤੁਸੀਂ ਦੂਸਰੇ ਪਾਸੇ ਦੇਖੋ ਚਲਾਕ ਲੋਮੜੀ ਦਾ ਹਾਲ ਕਿ ਹੁਣ ਅਮਰੀਕਾ ਔਰ ਈਰਾਨ ਹੈਡ ਟੂ ਹੈਡ ਇੱਕ ਦੂਸਰੇ ਨਾਲ ਮੁਖਾਲਫਤ, ਇੱਕ ਦੂਸਰੇ ਫਾਇਰਿੰਗ, ਬੰਬਾਰੀ, ਇੱਕ ਮਿਜ਼ਾਈਲਿੰਗ ਹੋ ਰਿਹਾ। ਲੇਕਿਨ ਇਸਰਾਈਲ ਚੁੱਪ ਕਰਕੇ ਪਰੇ ਹੋ ਕੇ ਬੈਠ ਗਿਆ। ਉਹਦੇ ਪਿੱਛੇ ਇੱਕ ਬਹੁਤ ਬੜੀ ਹਰਾਮ ਤੋਪੀ ਆ, ਬਹੁਤ ਬੜੀ ਸਿਆਸਤ ਆ। ਉਹ ਇਹ ਆ ਕਿ ਜਦੋਂ ਇਸਰਾਈਲ ਵਿੱਚ ਵੜ ਜਾਂਦਾ ਮੁਸਲਮਾਨ ਮੁਲਕ, ਸਾਰੇ ਈਰਾਨ ਦੇ ਸਾਥੀ ਬਣ ਜਾਂਦੇ ਨੇ। ਕਿਉਂਕਿ ਇਹ ਅਸੀਂ ਸਮਝਦੇ ਹਾਂ ਬਤੌਰ ਮੁਸਲਮਾਨ ਕਿ ਇਸਰਾਈਲ ਇੱਕ ਐਸਾ ਖਬਾਸਤ ਗਾਹ ਵਾ ਜਾਂ ਐਸਾ ਇੱਕ ਸ਼ੈਤਾਨੀ ਅੱਡਾ ਵਾ ਜਿੱਥੋਂ ਹਰ ਬੰਨੇ ਸ਼ੈਤਾਨੀਅਤ ਚੱਲਦੀ ਆ। ਔਰ ਹਰ ਮੁਸਲਮਾਨ ਮੁਲਕ ਫਿਰ ਸੋਚਦਾ ਕਿ ਅਗਰ ਅਸੀਂ ਈਰਾਨ ਦੇ ਖਿਲਾਫ ਇਸਰਾਈਲ ਦੇ ਨਾਲ ਚੱਲਾਂਗੇ ਤੇ ਸਾਡੇ ਵਾਸਤੇ ਬਹੁਤ ਬਦਨਾਮੀ ਵੀ ਆ ਔਰ ਦੀਨੀ ਤੌਰ ਤੇ ਹੀ ਬਹੁਤ ਬੁਰਾ ਵਾ। ਲਿਹਾਜ਼ਾ ਉਹਦੇ ਨਾਲ ਕੋਈ ਵੀ ਚੱਲਣ ਤੇ ਯਾਰ ਨਹੀਂ ਹੁੰਦਾ। ਔਰ ਇਸ ਵਾਸਤੇ ਸਾਰੀਆਂ ਹਮਦਰਦੀਆਂ ਜਾਂ ਜਿੰਨੀਆਂ ਵੀ ਹੁੰਦੀ ਹੈ ਮਦਦ, ਉਹ ਈਰਾਨ ਨਾਲ ਹੁੰਦੀ ਹੈ। ਲੇਕਿਨ ਹੁਣ ਉਹਨਾਂ ਨੇ ਕੀ ਕੀਤਾ, ਪਹਿਲੇ ਬੜਾ ਚਿਰ ਹਮਲਾ ਕਰਕੇ ਵੇਖ ਲਿਆ ਔਰ ਉਹਦੇ ਵਿੱਚ ਹੁੰਦਾ ਕੀ ਸੀ, ਇਸਰਾਈਲ ਦਾ ਆਪਣਾ ਬੜਾ ਨੁਕਸਾਨ ਹੁੰਦਾ ਸੀ। ਐਕਸਕਿਊਜ਼ ਮੀ, ਇਸਰਾਈਲ ਦਾ ਬੜਾ ਨੁਕਸਾਨ ਹੁੰਦਾ ਹੈ। ਹੁਣ ਇਹ ਅੰਕਲ ਸਾਹਮਣੇ ਕਿਹਾ ਕਿ ਤੂੰ ਪਰੇ ਹੋ, ਤੂੰ ਵਿੱਚ ਨਾ। ਇੱਕ ਤੇ ਮੁਸਲਮਾਨ ਮੁਲਕਾਂ ਦੀ ਦੁਸ਼ਮਣੀ ਨਹੀਂ ਚੱਲੇਗੀ, ਈਰਾਨ ਦੇ ਨਾਲ ਦੋਸਤੀ ਨਹੀਂ ਚੱਲੇਗੀ, ਤੇ ਤੀਸਰੇ ਨੰਬਰ ਤੇ ਮੈਂ ਇਹਨੂੰ ਸੰਭਾਲੀ ਰੱਖਣਾ ਕੋਈ ਥੋੜਾ ਬਹੁਤਾ। ਉਹ 'ਚ ਹੁੰਦਾ ਕੀ ਆ ਕਿ ਬਹੁਤ ਸਾਰੇ ਅਹਦਾਫ ਔਰ ਬਹੁਤ ਸਾਰੇ ਅਮਰੀਕੀ ਜਿਹੜੇ ਨੇ ਉਹ ਜਹੰਨਮ ਵਾਸਲ ਕੀਤੇ ਨੇ ਈਰਾਨ ਨੇ। ਲੇਕਿਨ ਇਹ ਸੱਚੀ ਗੱਲ ਨਹੀਂ ਦੱਸਦੇ। CNN ਨੇ ਪਿਛਲੇ ਦਿਨਾਂ 'ਚ ਕੱਲ ਸ਼ਾਇਦ
ਇੱਕ ਖਬਰ ਚਲਾਈ ਹੈ ਕਿ ਇਹਨਾਂ ਦੇ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਹਲਾਕ ਹੋਏ ਨੇ ਔਰ ਬਹੁਤ ਸਾਰੇ ਜ਼ਖਮੀ ਵੀ ਹੋਏ ਨੇ। ਲੇਕਿਨ ਇਹ ਨੁਕਸਾਨ ਨੂੰ ਅਮਰੀਕੀ ਹਕੂਮਤ ਬਿਲਕੁਲ ਨਹੀਂ ਦੱਸਦੀ ਔਰ ਅਮਰੀਕੀ ਵਜ਼ੀਰ ਦਿਫਾ ਉਹ ਜਿਹੜਾ ਪ੍ਰੈਸ ਨੂੰ ਫੇਸ ਕਰਨ ਨੂੰ ਤਿਆਰ ਨਹੀਂ ਹੈ। ਪ੍ਰੈਸ ਕਾਨਫਰੰਸ ਨਹੀਂ ਕਰ ਰਿਹਾ, ਸਿਰਫ ਆਪਣੇ ਐਕਸ ਦੇ ਉੱਪਰ ਬਿਆਨ ਦੇ ਦਿੰਦੇ ਨੇ ਕਿ ਸਾਡਾ ਇਹ ਕੋਈ ਨੁਕਸਾਨ ਨਹੀਂ ਹੋਇਆ, ਸਾਡਾ ਇੱਥੇ ਵੀ ਕੋਈ ਨੁਕਸਾਨ ਨਹੀਂ ਹੋਇਆ, ਸਾਡਾ ਫਲਾਂ ਜਗ੍ਹਾ ਤੇ ਵੀ ਨੁਕਸਾਨ ਨਹੀਂ ਹੋਇਆ। ਲੇਕਿਨ ਝੂਠੋ ਝੂਠ ਚੁਤਾਲੀ ਕਰ ਰਿਹਾ। ਈਰਾਨ ਨੇ ਉਹ ਤਬਾਹੀ ਲਾਈ ਹੈ ਇਹਨਾਂ ਦੀ ਜਿਹਦਾ ਹਿਸਾਬ ਕੋਈ ਨਹੀਂ। ਔਰ ਬਲਕਿ ਮੈਂ ਕੱਲ ਸੁਣ ਰਿਹਾ ਸਾਂ ਕਿ ਈਰਾਨ ਨੇ ਕਵੇਤ ਔਰ ਖਸੂਸੀ ਤੌਰ ਤੇ ਬਹਿਰੇਨ ਦੇ ਵਿੱਚ ਕਾਫੀ ਅਮਰੀਕੀ ਅਸਾਸੇ ਜਿਹੜੇ ਤਬਾਹ ਕੀਤੇ ਨੇ। ਲੇਕਿਨ ਮਜਾਲ ਹੈ ਵੀ ਇਹ ਮੰਨਣ ਕਿਸੇ ਗੱਲ ਨੂੰ। ਇਸੇ ਤਰ੍ਹਾਂ ਹੀ ਈਰਾਨ ਨੇ ਇੱਕ ਹੋਰ ਕੰਮ ਕੀਤਾ ਕਿ ਜਦੋਂ ਮਿਜ਼ਾਈਲ ਚੱਲਦੇ ਸਨ ਈਰਾਨ ਚੋਂ ਇਸਰਾਈਲ ਨੂੰ ਤਬਾਹ ਕਰਨ ਵਾਸਤੇ, ਤੇ ਰਸਤੇ 'ਚ ਉਰਦਨ ਸਾਹਿਬ ਤਸ਼ਰੀਫ ਲਿਆਉਂਦੇ ਸੀ ਔਰ ਉਰਦਨ ਉਹਦਾ ਬਾਡੀਗਾਰਡ ਬਣਿਆ ਸੀ ਇਸਰਾਈਲ ਦਾ, ਕਿ ਉਹ ਵਿੱਚ ਕਾਊਂਟਰ ਕਰਦਾ ਸੀ ਸਾਰੇ ਜਿਹੜੇ ਮਿਜ਼ਾਈਲ ਜਾਂਦੇ ਉਹਨਾਂ ਨੂੰ, ਤਾਂ ਕਿ ਰਸਤੇ 'ਚ ਤਬਾਹ ਹੋ ਜਾਏ, ਇਸਰਾਈਲ ਨੂੰ ਕੁਝ ਨਾ ਹੋਵੇ। ਹੁਣ ਈਰਾਨ ਨੇ ਇਹ ਸ਼ੁਰੂ ਕੀਤਾ ਕੰਮ ਕਿ ਪਹਿਲੋਂ ਇਹਨੂੰ ਠੀਕ ਕਰੋ, ਉਰਦਨ ਨੂੰ, ਇਹਦਾ ਜਿਹੜਾ ਹੈ ਨਾ ਸਿਸਟਮ ਲਗਾਇਆ ਇਹਨੇ, ਉਹਨੂੰ ਤਬਾਹ ਕੀਤਾ। ਹੁਣ ਕਾਫੀ ਸਾਰੀ ਤਬਾਹੀ ਉਰਦਨ ਦੇ ਉਸ ਡਿਫੈਂਸ ਸਿਸਟਮ ਦੀ ਵੀ ਕੀਤੀ ਗਈ ਆ। ਇਸਰਾਈਲ ਨੂੰ ਡਿਫੈਂਡ ਮੁਸਲਮਾਨਾਂ ਦੀ ਖਬਾਸਤ ਦੇਖੋ ਕਿ ਉਹ ਆਪਣੇ ਮੁਸਲਮਾਨਾਂ ਨੂੰ ਬਚਾਉਣ ਦੀ ਬਜਾਏ ਇਸਰਾਈਲ ਦਾ ਦਫਾ ਕਰਦੇ ਫਿਰਨ ਡਏ ਨੇ। ਔਰ ਸਾਡੇ ਇਹ ਯੂਏਈ ਦਾ ਹਾਲ ਆ ਕਿ ਉਹ ਮੁਸਲਮਾਨ ਮੁਲਕਾਂ ਦੀ ਬਜਾਏ ਆਪਣੇ ਇਸਰਾਈਲ ਦੇ ਨਾਲ ਬਹੁਤ ਜ਼ਿਆਦਾ ਮੁਖਲਸ, ਬਹੁਤ ਜ਼ਿਆਦਾ ਉਹਦੇ डिफेंडेंट बनते हैं। अल्लाह की दुआ है कि अल्लाह ताला मेरे पाकिस्तान पे और इस्लामी दुनिया पे अपने करम फरमाए, पाकिस्तानियों पे अपना फजल फरमाए और खसूस बर खसूस ईरान को फतह नसीब फरमाए। अस्सलाम।